सो कहो टल गुर सेविया अहनिस सहज सुभाए। दर्शन परसया गुरु कह जन्म मरण दुख जाए। होवै सिफत खसामदी नूर अरसहो कुरसहो चटिया। तुद डिठे सच्चे पातशाह मल जन्म जन्म दी कटिया। तुद डिठे सच्चे पातशाह मल जन्म जन्म दी कटिया। सतनाम वाहिगुरु साहिब जी। सोरठ महला पंजवा। आगै सुख मेरे मीता पाछे आनंद प्रभ कीता। परमेश्वर बनत बनाई फिर डोलत कतहु नाही। साचे साहिब स्यों मन मानिया हर सर्ब निरंतर जानिया। रहाओ सब जी तेरे दयाला अपने भगत करह प्रतिपाला। आचार्य तेरी वडियाई नित नानक नाम ध्याई। आचार्य तेरी वडियाई नित नानक नाम ध्याई। वाहिगुरु जी का खालसा वाहिगुरु जी की फतेह। गरीब निवाज अंतरजामी भगत वत्सल करुणा निधान चावर छातर तखत दे मालिक लोक परलोक दे सहायक धन धन सतगुरु साहिब श्री गुरु ग्रंथ साहिब सच्चे पातशाह जी दे पावन दरबार दियां हाजरियां भर रहे गुरु सवारिओ। ਅੰਮ੍ਰਿਤ ਵੇਲੇ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਾਹਿਬਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਨਤੀਆਂ ਨੂੰ ਮੰਨ ਕਰਕੇ ਪਾਵਨ ਸਿੰਘਾਸਨਾਂ ਦੇ ਉੱਪਰ ਸੁਭਾਇਮਾਨ ਹੋ ਕੇ ਦਰਸ਼ਨ ਬਖਸ਼ੇ ਹਨ। ਸ੍ਰੀ ਮੁਖਵਾਕ ਉਪਰੰਤ ਪੰਜਾਂ ਬਾਣੀਆਂ ਦਾ ਨਿਤਨੇਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਵਡਭਾਗੀ ਜਨਾਂ ਨੇ ਸਾਹਿਬਾਂ ਦੀ ਸੇਵਾ ਕਰਕੇ ਨਿਤਨੇਮ ਕਰਕੇ ਅਤੇ ਆਪ ਜੀ ਨੇ ਸਰਵਣ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਸਾਂ ਨੂੰ ਸਫਲ ਕੀਤਾ ਹੈ। ਸਤਿਗੁਰਾਂ ਦਾ ਪਾਵਨ ਬਚਨ ਸਾਧ ਸੰਗਤ ਜੀ ਆਪਾਂ ਰੋਜ਼ ਹੀ ਪੜ੍ਹਦੇ ਤਾਂ ਸੁਣਦੇ ਹਾਂ। ਆਨੰਦ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਆਵਾਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਾਹੋ ਸੱਚੀ ਬਾਣੀ। ਬਾਣੀ ਤਾਂ ਗਾਵਾਹੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਹੋਰ ਵੀ ਬੇਅੰਤ ਬਚਨ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੇ ਹਨ। ਗੁਰਬਾਣੀ ਗਾਵਹਿ ਭਾਈ
ਉਹ ਸਫਲ ਸਦਾ ਸੁਖਦਾਈ। ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ। ਸੋ ਸਤਿਗੁਰਾਂ ਦੀ ਅੰਮ੍ਰਿਤ ਸਰੂਪ ਪਾਵਨ ਬਾਣੀ ਦੇ ਜਾਪ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਿਹਰ ਦੇ ਨਾਲ, ਕਿਰਪਾ ਦੇ ਨਾਲ ਸਾਧ ਸੰਗਤ ਜੀ ਆਪਾਂ ਨੂੰ ਕਰਨ ਅਤੇ ਸੁਣਨ ਦਾ ਸੁਭਾਗ ਮਿਲਿਆ। ਜਿਵੇਂ ਆਪ ਜੀ ਦਾ ਸੰਗਤਾਂ ਦਾ ਹੁਕਮ ਹੈ, ਹੁਣ ਕੁਝ ਸਮਾਂ ਜੋ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਸਰਵਣ ਕਰੀਏ। ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੇ ਪਰਥਾਏ ਬਖਸ਼ਿਸ਼ ਕਰਦੇ ਹਨ। ਜਿਨ੍ਹਾਂ ਗੁਰਸਿੱਖਾਂ ਦਾ, ਜਿਨ੍ਹਾਂ ਭਗਤਾਂ ਦਾ, ਜਿਨ੍ਹਾਂ ਪਿਆਰਿਆਂ ਦਾ, ਜਿਨ੍ਹਾਂ ਸੇਵਕਾਂ ਦਾ ਮਨ ਗੁਰੂ ਤੇ ਮੰਨ ਗਿਆ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਉੱਤੇ ਭਰੋਸੇ ਵਿੱਚ ਆ ਗਿਆ ਹੈ। ਭਰੋਸਾ ਬੜਾ ਬੇਕੀਮਤਾ ਇੱਕ ਸੌਦਾ ਹੈ, ਬਹੁਤ ਗੁਣ ਅਮੋਲਕ ਹੈ। ਗੁਣ ਤਾਂ ਸਾਰੇ ਬੜੇ ਅਮੋਲਕ ਹੈ। ਕੁਝ ਗੁਣ ਐਸੇ ਨੇ ਸਾਧ ਸੰਗਤ ਜੀ ਜਿਹੜੇ ਪ੍ਰਾਪਤ ਤਾਂ ਹੋ ਜਾਂਦੇ ਆ, ਪਰ ਬਾਅਦ ਦੇ ਵਿੱਚ ਉਹ ਛੁੱਟ ਵੀ ਸਕਦੇ ਹਨ। ਉਹ ਜਿਹੜੇ ਗੁਣ ਨੇ ਉਹਨਾਂ ਦੇ ਕਰਕੇ ਆਤਮਿਕ ਅਵਸਥਾ ਦੇ ਵਿੱਚ ਕੋਈ ਬਹੁਤੀ ਤਰੱਕੀ ਨਹੀਂ ਹੁੰਦੀ। ਗੁਣ ਤਾਂ ਸਾਰੇ ਵਾਹਿਗੁਰੂ ਜੀ ਦੇ ਬਖਸ਼ੇ ਹੈ, ਜਿਨ੍ਹਾਂ ਨੂੰ ਆਪਾਂ ਕਲਾ ਵੀ ਕਹਿ ਦਿੰਦੇ ਹਾਂ, ਪਰ ਜਿਹੜੇ ਆਤਮਿਕ ਗੁਣ ਹੈ ਨਾ, ਉਹਨਾਂ ਵਿੱਚ ਭਰੋਸਾ ਬੜਾ ਸ਼੍ਰੋਮਣੀ ਹੈ। ਭਰੋਸਾ, ਸ਼ਰਧਾ, ਇਹ ਗੁਣ ਐਸੇ ਨੇ ਜਿਸ ਤਰ੍ਹਾਂ ਜੜ ਹੁੰਦੀ ਰੁੱਖ ਦੀ। ਜੇ ਰੁੱਖ ਦੀ ਜੜ ਹੋਵੇਗੀ ਸਾਧ ਸੰਗਤ ਜੀ, ਤਾਂ ਉਹਦੇ ਵੱਡੇ ਵੱਡੇ ਟਾਹਣ ਵੀ ਬਣ ਜਾਣਗੇ। ਜੇ ਰੁੱਖ ਦੀ ਜੜ ਲੱਗੀ ਹੈ, ਸਹੀ ਸਲਾਮਤ ਹੈ, ਉਹਨੂੰ ਕੋਈ ਬਿਮਾਰੀ ਨਹੀਂ ਲੱਗੀ, ਤਾਂ ਸਾਧ ਸੰਗਤ ਜੀ ਪੱਤਰੇ ਵੀ ਹੋਣਗੇ, ਫੁੱਲ ਵੀ ਹੋਣਗੇ ਤੇ ਫਲ ਵੀ ਹੋਵੇਗਾ। ਤੇ ਜੇ ਜੜ ਹੀ ਨਹੀਂ ਸਹੀ ਸਲਾਮਤ ਲੱਗੀ ਨਹੀਂ, ਜੇ ਲੱਗ ਗਈ ਹੈ ਤੇ ਟਿਕੀ ਨਹੀਂ, ਬਿਮਾਰੀ ਹੈ ਜਾਂ ਉਹਨੂੰ, ਫਿਰ ਕਿਸ ਤਰ੍ਹਾਂ ਬਖਸ਼ਾਂ ਆਉਣਗੀਆਂ। ਸ਼ਰਧਾ, ਵਿਸ਼ਵਾਸ ਜਿਹੜੀ ਹੈ, ਜੋ ਭਰੋਸਾ ਜੋ ਹੈ ਸਾਧ ਸੰਗਤ ਜੀ, ਇਹ ਬੜੀ ਅਮੋਲਕ ਜੜ ਹੈ ਧਰਮ ਦੇ ਵਾਸਤੇ। ਤੇ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਭਾਈ ਜਿਨ੍ਹਾਂ ਦਾ ਮਨ ਮੰਨ ਗਿਆ ਹੈ, ਯਾਨੀ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਦ੍ਰਿੜ ਵਿਸ਼ਵਾਸ, ਭਰੋਸਾ ਪਰਮਾਤਮਾ ਦੇ ਉੱਤੇ, ਯਕੀਨ ਆ ਗਿਆ ਹੈ, ਉਹਨਾਂ ਤੇ ਬਖਸ਼ਾਂ ਆਉਂਦੀਆਂ ਹਨ। ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ, ਜਿਸ ਨੂੰ ਆਪਾਂ ਸਤਿਕਾਰ ਨਾਲ ਕਹਿੰਦੇ ਹਾਂ, ਉਸ ਪਵਿੱਤਰ ਬਾਣੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਇਹ ਵੀ ਬਚਨ ਆਉਂਦਾ, ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਦੇ ਹਿਰਦੇ ਵਿੱਚ ਵਿਸ਼ਵਾਸ ਆ ਜਾਂਦਾ ਹੈ, ਉਹਨਾਂ ਦੇ ਅੰਦਰ ਫਿਰ ਪੂਰਨ ਗਿਆਨ ਜਿਹੜਾ ਹੈ ਉਸੇ ਵੇਲੇ ਹੀ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਦਾ ਗਿਆਨ, ਪਰਮਾਤਮਾ ਦਾ ਸਰੂਪ ਪ੍ਰਗਟ ਹੋ ਜਾਂਦਾ ਹੈ। ਗਿਆਨ ਤੇ ਸਰੂਪ ਵੱਖੋ ਵੱਖਰੇ ਨਹੀਂ ਹੈ। ਕਿਸੇ ਚੀਜ਼ ਦਾ ਗਿਆਨ ਹੋਣਾ ਉਹਦੇ ਦਰਸ਼ਨ ਹੋਣ ਨਾਲ ਹੈ। ਦੋ ਤਰ੍ਹਾਂ ਦਾ ਸਾਧ ਸੰਗਤ ਜੀ ਗਿਆਨ ਹੈ, ਇੱਕ ਅਪਰੋਖ ਗਿਆਨ ਹੈ, ਇੱਕ ਪਰੋਖ ਗਿਆਨ ਹੈ। ਪਰੋਖ ਗਿਆਨ ਹੈ, ਜਿਵੇਂ ਮੈਂ ਆਪ ਜੀ ਨੂੰ ਦੱਸਾਂ ਕਿ ਔਲਾ ਜਿਹੜਾ ਹੈ ਉਹ ਹਰੇ ਰੰਗ ਦਾ ਹੁੰਦਾ ਹੈ, ਉਹਦੇ ਵਿੱਚ ਧਾਰੀਆਂ ਜੀਆਂ ਵੀ ਮਾੜੀਆਂ ਮਾੜੀਆਂ ਹੁੰਦੀਆਂ, ਜਿਸ ਤਰ੍ਹਾਂ ਫਾੜੀਆਂ ਬਣੀਆਂ ਹੋਣ। ਉਹ ਖਾਣ ਦੇ ਨਾਲ ਸਰੀਰ ਵਿੱਚ ਤੰਦਰੁਸਤੀ ਆਉਂਦੀ ਹੈ। ਸਿਆਣਿਆਂ ਦਾ ਵੀ ਅਖਾਣ ਹੈ ਕਿ ਔਲਾ ਖਾਧਾ ਤੇ ਸਿਆਣਿਆਂ ਦਾ ਕਿਹਾ, ਇਹ ਬੜਾ ਗੁਣਵਾਨ ਹੈ, ਤੇ ਬਾਅਦ ਵਿੱਚ ਇਹਦਾ ਪਤਾ ਲੱਗਦਾ। ਹੁਣ ਔਲੇ ਦੇ ਬਾਰੇ ਆਪਾਂ ਸਰਵਣ ਕੀਤਾ ਹੈ, ਪਰ ਉਹ ਖਾਧਾ ਨਹੀਂ, ਉਹ ਦੇਖਿਆ ਨਹੀਂ।
ये जड़ा सुनिया है ये प्रोख ज्ञान है, यानी कि ज्ञान तो है पर वो चीज़ अजे उल्ले है। तो अप्रोक्ष ज्ञान हुंदा है कि चीज़ भी सामने होवे ते उहदे बारे जानकारी भी होवे ते फिर उहनूं खा के ते जो रस भी माणिया होवे। हुण अकाल पुरख वाहिगुरू दे बारे आपां धन गुरु नानक देव जी महाराज सच्चे पातशाह जी दे पावन बचन सरवण करदे हां। आदि सच जुगादि सच है भी सच नानक होसी भी सच, कि वह हर समय मौजूद है ते सच स्वरूप है। फिर उसकी वडियाई की है, वो एक है, वो अंकार सारी सृष्टि नूं पैदा करने वाला है। सत वो सदा अटल है, नाम प्रसिद्ध है, करता सारिਆਂ ਨੂੰ ਆਪਾਂ ਨੂੰ ਬਣਾਉਣ वाला है, पुरख सारिਆਂ ਦੇ अंदर बैठा है, परिपूर्ण है। निरभाओ वो किसी को डरदा नहीं, निर्वैर वो किसी नाल वैर नहीं करता। अकाल मूरत ਉਹਦੀ मूरत जिहड़ी हस्ती है, ਉਹਦਾ ਸਰੂਪ है, ਉਹਦਾ ਜਿਹੜਾ शरीर है, उस ते समा का प्रभाव नहीं हैगा। अकाल है, काल नाम समय का भी हुंदा है ते काल नाम मौत का भी हुंदा है। हुण अपने ते समय ने प्रभाव पाया। गुरमुखो पहला अपना जन्म होया सी, बिल्कुल शरीर छोटा जिहा, समा बीतदा गया, जिवें जिवें खुराक मिली शरीर वड्डा हुंदा गया। फिर 15-16 सालां दा हो के किसी नूं दाड़ा आउणा शुरू हो पैंदा, यानी कि 20-21 साल की उम्र तक आपां नूं दाड़ा आ गया तो हौली हौली ये दाड़े वधण लग पे। किसी दे काफ़ी लम्मे हो गए, भावें किसी दे छोटे है। हौली हौली समा आया तो समय दे नाल इस काले दाड़े विच चिट्टे धौले अपने आने शुरू हो गए है। तो हुण 50 साल आउंदियां आउंदियां काफ़ी धौले आ गए, किसी दे 60 साल तक चिट्टा दाड़ा हो जाता है, किसी का 65-70 तक सारा चिट्टा हो जाता है। ये की है? समय का प्रभाव। फिर एक दिन आना है, श्वास निकल जाने है, शरीर ने ढैढेरी हो जाना है। जे तां घरदियां ने परिवार वालियां ने किसी नूं मिल गया, जे लिखत होई लिया के 2-4 कुंटल लकड़ां ते फूक देणगे, नहीं तो फिर कुत्ते बिल्ले खा जाणगे। जे ना किसी ने खाधा कुत्तियां बिल्लियां ने भी तो तां भी शरीर ते खराब हो ही जाना है। मांस जल्दी गल जाना है, समा पा के हड्डियां भी गल जानियां, यानी कि शरीर का वजूद खत्म हो जाना। एक ही है समय का प्रभाव, काल है, पर उसका शरीर कैसा है, मूरत किहो जी है। मूरत नाम हस्ती शरीर का हुंदा है। हुण अपनी मूर्ति ये 5 तत्तां नूं मिला के बनी है, तो आपां कहंदे चम दी मूरत है। भावें पत्थर की बनाई होवे, मिट्टी की बनाई होवे, कागज़ की बनाई होवे, मूरत तो मूरत है। पर वाहिगुरू की मूरत इहो जी है कि वह अकाल है, उत्ते समय का ते मौत का प्रभाव नहीं। फिर वो अजूनी है, माया तो भी परे है। अज नाम माया का हुंदा है। अजूनी का आपां अर्थ ये भी करते हैं कि वह अजन्मी है, जूना तो रहत है। पर जे होर डूंगा उतर जी ना तो विद्वान गुरमुख कहते आज नाम है माया का। तो थले जड़े जिजे दे दुलैंकड़े लगे आ, वो ऊड़े दुलैंकड़े बन जाने हैं। जदों आपां अर्थ करना संधि विछेद, इनू कहते अड्डो अड्ड अखरां नूं करके अर्थ करना। अज ऊनी, अज नाम माया, माया भी ऊनी है, उत्तों उरे ही है। तो अज नाम है ब्रह्मा का। विष्णु शिव जी इत्यादक जिहड़े जोत चों प्रगट होए आ उस वाहिगुरू दी, जिहड़े कारण शरीर हन, सूखम शरीर ने, जिहड़े अपना शरीर अस्थूल है, वो प्रतख इत्थे माँ बाप के संबंध करके जन्मियां दा पता नहीं लगता। वो अज ब्रह्मा इत्यादक भी जिस तो उरे ही है, जिन्हां दी पहुँच ही नहीं हैगी उत्थों तक। अवतार न जाना है अंत, परमेश्वर पार ब्रह्म बेअंत। अज ऊनी ऊणे ही है, उरे भी है। सै भंग सुते प्रकाश है, वो परतै प्रकाश नहीं है।
ਜਿਹਨੂੰ ਜਪਜੀ ਸਾਹਿਬ ਜੀ ਦੀ 5ਵੀਂ ਪੌੜੀ ਵਿੱਚ ਬਖਸ਼ਿਸ਼ ਕੀਤੀ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਸਾਧ ਸੰਗਤ ਜੀ ਸਹਿ ਭੰਗ ਦੇ ਹੀ ਅਰਥ ਹੈ। ਹੁਣ ਮੂਰਤ ਅਸਥਾਪਿਤ ਹੋ ਜਾਂਦੀ ਹੈ, ਮੂਰਤੀ ਬਣਾਈ ਕਾਰੀਗਰ ਨੇ। ਹੁਣ 10 15 20 ਜਾਣੇ ਤੇ ਲੀਡਰ ਨੂੰ ਸੱਦਿਆ, ਉਹਨੂੰ ਅਸਥਾਪਿਤ ਕਰਕੇ ਉੱਤੋਂ ਕੱਪੜਾ ਲਾ ਕੇ ਉਦਘਾਟਨ ਕਰ ਦਿੱਤਾ। ਆਪਾਂ ਕਹਿੰਦੇ ਫਲਾਣੀ ਮੂਰਤੀ ਥਾਪ ਕੇ ਗਏ। ਜਾਂ ਮਾਤਾ ਪਿਤਾ ਦੇ ਸੰਬੰਧ ਕਰਕੇ ਪੈਦਾ ਹੁੰਦਾ ਹੈ ਬੱਚਾ, ਜਿਵੇਂ ਜਨਮ ਲੈਂਦਾ ਹੈ ਸਰੀਰਕ ਸੰਬੰਧਾਂ ਕਰਕੇ। ਤੇ ਮਹਾਰਾਜ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਿਰੰਜਨ ਹੁੰਦਾ ਮਾਇਆ ਕਾਲਕ ਤੋਂ ਰਹਿਤ, ਅੰਜਨ ਨਾਮ ਹੁੰਦਾ ਸੁਰਮੇ ਦਾ। ਜਿਵੇਂ ਸੁਰਮਾ ਕਾਲਾ ਹੁੰਦਾ ਹੈ, ਇਸ ਤਰ੍ਹਾਂ ਮਾਇਆ ਵੀ ਕਾਲੀ ਹੈ। ਨਿਰੰਜਨ ਮਾਇਆ ਕਾਲਕ ਤੋਂ ਰਹਿਤ ਹੈ, ਜੋ ਬ੍ਰਹਮ ਹੈ ਉਹ ਸਹਿ ਭੰਗ ਹੈ। ਗੁਰ ਚੇਤਨ ਸਰੂਪ ਹੈ, ਜੋਤ ਰੂਪ ਹੈ, ਪਰ ਜੋਤ ਐਸੀ ਨਹੀਂ ਬਿਜਲੀ ਵਰਗੀ। ਜੋਤ ਇਹੋ ਜਿਹੀ ਨਹੀਂ ਚੰਦਰਮਾ ਸੂਰਜ ਤਾਰਿਆਂ ਵਰਗੀ। ਇਹ ਕਿਸੇ ਦੇ ਪ੍ਰਕਾਸ਼ਣ ਕਰਕੇ ਪ੍ਰਕਾਸ਼ ਰਹੇ ਨੇ, ਕਿਸੇ ਗੈਸਾਂ ਕਰਕੇ ਇਹਨਾਂ ਵਿੱਚ ਚਾਨਣ ਹੈ, ਜਾਂ ਵਾਹਿਗੁਰੂ ਨੇ ਜਿਵੇਂ ਬਣਾਇਆ ਹੈ ਉਸ ਤਰ੍ਹਾਂ ਚਾਨਣ ਹੈ। ਪਰ ਉਹ ਚਾਨਣ ਸਵੈ ਸਰੂਪ ਦਾ ਹੈ, ਉਹਦਾ ਆਪ ਦਾ ਹੈ। ਫਿਰ ਪ੍ਰਸਾਦ ਉਹ ਆਨੰਦ ਸਰੂਪ ਹੈ। ਇਹ ਆਨੰਦ ਸਰੂਪ ਨਹੀਂ ਜੋਤਾਂ ਜਿੰਨੀਆਂ ਨੇ, ਉਹ ਆਨੰਦ ਸਰੂਪ ਵੀ ਹੈ। ਜਪ ਉਹ ਜਪਣ ਦੇ ਯੋਗ ਵੀ ਹੈ। ਦੁਨੀਆ ਦੇ ਵਿੱਚ ਕੋਈ ਭੂਤਾਂ ਪ੍ਰੇਤਾਂ ਦੇ ਜਪ ਕਰ ਰਹੇ ਨੇ, ਕੋਈ ਦੇਵੀ ਦੇਵਤਿਆਂ ਦੇ ਜਪ ਕਰ ਰਹੇ ਨੇ, ਕੋਈ ਪੀਰਾਂ ਪੈਗੰਬਰਾਂ ਨੂੰ ਜਪਦੇ ਨੇ, ਕੋਈ ਕਿਸੇ ਨੂੰ ਜਪਦੇ ਨੇ। ਪਰ ਮਹਾਰਾਜ ਕਹਿੰਦੇ ਜਪਣ ਦੇ ਯੋਗ ਜੇ ਕੋਈ ਹੈ, ਜਿਸ ਨੂੰ ਗੁਰਸਿੱਖਾ ਜਪਣਾ ਚਾਹੀਦਾ ਹੈ, ਜਿਸ ਦੇ ਬਾਰੇ ਮਹਾਰਾਜ ਨੇ ਕਿਹਾ ਜਪੋ, ਪੱਪੇ ਨੂੰ ਔਂਕੜ ਨਾਲ ਜਪ, ਹੁਕਮ ਕੀਤਾ ਭਾਈ ਜਪ। ਕਿਹਨੂੰ? ਇੱਕ ਓੰਕਾਰ ਸਤਿਨਾਮ ਵਾਹਿਗੁਰੂ ਨੂੰ ਜਪ। ਉਹ ਐਸਾ ਪਰਮਾਤਮਾ ਵਾਹਿਗੁਰੂ ਜੋ ਹੈ, ਜੋ ਸਦੀਵੀ ਜਪਣ ਦੇ ਯੋਗ ਹੈ। ਜਪ ਮਨ ਸਤਿਨਾਮ ਸਦਾ ਸਤਿਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਤੇਰਾ ਲੋਕ ਪਰਲੋਕ ਵਿੱਚ ਮੁਖ ਉਜਲ ਹੋ ਜਾਏਗਾ। ਨਿਤ ਧਿਆਈਆ ਹਰ ਪੁਰਖ ਨਿਰੰਜਨਾ। ਉਹ ਮਾਇਆ ਕਾਲਖ ਰਹਿਤ ਪਰਮਾਤਮਾ ਨੂੰ ਨਿਤ ਧਿਆਉਣਾ ਕਰ, ਜਪਣਾ ਕਰ। ਜਹ ਹਰ ਸਿਮਰਨ ਭਇਆ, ਮਨ ਕਰਕੇ ਜਿਹਨੇ ਜਪਿਆ ਹੈ, ਜਿਹਨੇ ਸਿਮਰਨ ਕੀਤਾ ਹੈ। ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਣਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਮੱਤ ਦਿੱਤੀ ਹੈ ਕਿ ਵਾਹਿਗੁਰੂ ਨੂੰ ਜਪ, ਫਿਰ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਤੇਰੀਆਂ ਆਦੀਆਂ ਵਿਆਦੀਆਂ ਉਪਾਦੀਆਂ ਖਤਮ ਹੋ ਜਾਣਗੀਆਂ। ਜਿਹੜੇ ਕਹਿੰਦੇ ਨਾ ਘਰ ਚੋਂ ਕਲੇਸ਼ ਨਹੀਂ ਖਤਮ ਹੁੰਦਾ, ਜਪ ਉਹਨੂੰ। ਸੋ ਸਾਧ ਸੰਗਤ ਜੀ, ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸਾਨੂੰ ਦੱਸਿਆ ਹੈ ਕਿ ਉਹ ਐਸਾ ਪਰਮਾਤਮਾ ਜਿਹਦਾ ਮਨ ਮੰਨ ਗਿਆ ਨਾ, ਜਿਹਨੂੰ ਭਰੋਸਾ ਆ ਗਿਆ ਹੈ, ਜਿਹਨੂੰ ਵਿਸ਼ਵਾਸ ਆ ਗਿਆ ਹੈ, ਉਹ 'ਤੇ ਮਹਾਨ ਬਖਸ਼ਾਂ ਅਤੇ ਰਹਿਮਤਾਂ ਅਤੇ ਕਿਰਪਾ ਹੋ ਜਾਂਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਹੈ, ਉਹਦੀ ਮਹਿਮਾ ਵਡਿਆਈ ਕਰਦੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ। ਆਓ ਆਪਾਂ ਸਰਵਣ ਕਰੀਏ ਸੰਖੇਪ ਵਿੱਚ। ਸਾਰੇ ਪਿਆਰ ਨਾਲ ਬੁਲਾਓ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਸੋਰਠ ਮਹੱਲਾ ਪੰਜਵਾ। ਆਗੈ ਸੋਖੋ ਮੇਰੇ ਮੀਤਾ। ਸੋਠ ਰਾਗਣੀ ਦੁਆਰਾ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਭਾਈ ਆਗੈ ਤੇਰੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੂੰ ਵਾਹਿਗੁਰੂ 'ਤੇ ਭਰੋਸਾ ਕਰੇਂਗਾ, ਜੇ ਉੱਤੇ ਵਿਸ਼ਵਾਸ ਕਰੇਂਗਾ, ਤੇਰੇ ਹਿਰਦੇ ਵਿੱਚ ਆਤਮਿਕ ਸੁੱਖ ਆ ਜਾਏਗਾ। ਸੁੱਖ ਹੋ ਖੱਕੇ ਨੂੰ ਔਂਕੜ ਦੇ ਸਹਿਤ ਹੈ। ਦੁਨਿਆਵੀ ਸੁੱਖ ਵੀ ਨੇ, ਪਰ ਸਾਧ ਸੰਗਤ ਜੀ ਬਹੁਤ ਥੋੜੇ ਨੇ।
बहुत थोड़े ने, झट ही नाश हो जाने वाले है। माँ बाप, भैन भरा, साक संबंधी, घर वाली, ਧੀਆਂ ਪੁੱਤਰਾਂ ਦੇ ਸਾਰਿਆਂ ਦੇ ਮਿਲਾਪ ਦੇ ਸੁੱਖ ਨੇ। ਪਹਿਲੀ ਗੱਲ ਤਾਂ ਇਹ ਸਵਾਰਥ ਵਸ ਸੁੱਖ ਨੇ, ਸਵਾਰਥਾਂ ਦੇ ਉੱਤੇ, ਨਿੱਜੀ ਇੱਛਾਵਾਂ ਦੇ ਉੱਤੇ ਟਿਕੇ ਹੋਏ ਹੈ। ਮਹਾਰਾਜ ਜੀ ਕਹਿੰਦੇ ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ। ਜਿਵੇਂ ਮਾਂ ਆਪਣੀ ਕੁੱਖ ਨੂੰ ਪਾਲਦੀ ਹੈ, ਪੇਟ ਦੇ ਬੱਚੇ ਨੂੰ ਪਾਲਦੀ ਹੈ, ਕਾਹਦੀ? ਸੁਤ ਕੀ ਕਰ ਆਸਾ, ਪੁੱਤ ਦੀ ਆਸ ਕਰਕੇ। ਕਿਉਂ? ਕਿਉਂਕਿ ਸਾਡੇ ਸਮਾਜ ਦਾ ਨਿਯਮ ਹੈ ਕਿ ਪੁੱਤ ਨੇ ਸਾਡੇ ਘਰ ਰਹਿਣਾ ਹੈ, ਤੇ ਜਿਹੜੀ ਧੀ ਨੇ ਜਨਮ ਲਿਆ ਹੈ ਉਹ ਵਿਆਹ ਕੇ ਤੇ ਸਾਨੂੰ ਪਰਣਾਉਣੀ ਪੈਣੀ ਹੈ, ਕਿਸੇ ਦੇ ਘਰ ਵਿੱਚ ਭੇਜਣੀ ਪੈਣੀ ਹੈ, ਤੋਰਨੀ ਪੈਣੀ ਘਰੋਂ। ਇਹ ਸਾਡੇ ਸਮਾਜ ਦਾ ਨਿਯਮ ਹੈ। ਮੈਂ ਇਹ ਅੱਖਰ ਤਾਂ ਵਰਤਿਆ ਸਾਧ ਸੰਗਤ ਜੀ, ਇੱਧਰ ਆਸਾਮ ਵਿੱਚ ਚਲੇ ਜਾਈਏ, ਉੱਥੇ ਲੜਕੀ ਬੱਚੇ ਨੂੰ ਵਿਆਹ ਕੇ ਲਿਆਉਂਦੀ ਹੈ। ਉਹ ਆਪਣੇ ਸਹੁਰਿਆਂ ਘਰ ਦੇ ਵਿੱਚ ਰਹਿੰਦਾ ਸਾਰੀ ਉਮਰ, ਉੱਥੇ ਰਿਵਾਜ ਹੈ, ਉੱਥੋਂ ਦੀ ਰੀਤ ਹੈ। ਜਿਵੇਂ ਸਾਡੇ ਇੱਥੋਂ ਦੀ ਰੀਤ ਹੈ ਨਾ ਕਿ ਅਸੀਂ ਰਿਸ਼ਤੇਦਾਰ ਜਿੰਨੇ ਕੋ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਆਪਾਂ ਜਾਂਦੇ ਹਾਂ, ਲੜਕੇ ਨੂੰ ਲੈ ਕੇ, ਲਾੜੇ ਨੂੰ ਲੈ ਕੇ, ਤੇ ਉੱਥੇ ਆਨੰਦ ਕਾਰਜ ਕਰਕੇ ਤੇ ਧੀ ਨੂੰ, ਲੜਕੀ ਨੂੰ ਆਪਣੇ ਘਰ ਲੈ ਆਉਂਦੇ। ਉੱਥੇ ਰਿਵਾਜ ਹੈ ਕਿ ਉਹ ਜਾਂਦੀ ਹੈ, ਜੰਝ ਲੜਕੀ ਨਾਲ ਜਾਂਦੀ ਹੈ, ਤੇ ਜਾ ਕੇ ਲੜਕੇ ਨੂੰ ਵਿਆਹ ਕੇ ਤੇ ਆਪਣੇ ਘਰ ਲੈ ਆਉਂਦੇ। ਹੁਣ ਉੱਥੇ ਧੀ ਦੀ ਆਸ ਕਰਦੇ ਸਾਰੇ ਉਹ ਕਿ ਧੀ ਹੋਵੇਗੀ, ਸਾਡੇ ਘਰ ਦੇ ਵਿੱਚ ਰਹੇਗੀ। ਸਾਡੇ ਇੱਧਰ ਜਿਹੜੀ ਰੀਤ ਹੈ ਉਸ ਅਨੁਸਾਰ ਸਤਿਗੁਰੂ ਜੀ ਕਹਿੰਦੇ ਆ, ਜਦੋਂ ਮਾਂ ਦੀ ਕੁੱਖ ਵਿੱਚ ਬੱਚਾ ਹੁੰਦਾ ਹੈ ਉਹ ਪੁੱਤ ਦੀ ਆਸ ਕਰਦੀ ਹੈ। ਕਿਉਂ? ਵੱਡਾ ਹੋਏ ਖਾਟ ਦੇ, ਵੱਡਾ ਹੋਵੇਗਾ ਨਾ ਤੇ ਖਾਟ ਨਾਮ ਮੰਜੇ ਦਾ ਵੀ ਹੁੰਦਾ ਹੈ ਕਿ ਮੈਂ ਬਜ਼ੁਰਗ ਹੋਵਾਂਗੀ, ਮੈਨੂੰ ਮੰਜੇ ਦੀ ਲੋੜ ਹੋਏਗੀ, ਡਾਹ ਕੇ ਦਿਆ ਕਰੇਗਾ ਮੈਨੂੰ ਚੁੱਕ ਕੇ। ਖਾਟ ਨਾਮ ਖੱਟ ਕਮਾਈ ਦਾ ਵੀ ਹੁੰਦਾ, ਪੈਸਿਆਂ ਦਾ ਵੀ ਹੁੰਦਾ ਕਿ ਜਦੋਂ ਇਹ ਵੱਡਾ ਹੋਵੇਗਾ ਖਾਟ ਦੇ ਖੱਟ ਕਮਾਈ ਕਰਕੇ ਮੈਨੂੰ ਦੇਵੇਗਾ, ਕਰ ਭੋਗ ਬਿਲਾਸਾ, ਉਹਦੇ ਨਾਲ ਮੈਂ ਲਿਆ ਕੇ ਸੋਹਣੇ ਪਦਾਰਥ, ਸੋਹਣੀਆਂ ਚੀਜ਼ਾਂ ਖਾਇਆ ਕਰਾਂਗੀ, ਬੱਚਿਆਂ ਨੂੰ, ਪਰਿਵਾਰ ਨੂੰ, ਦੂਜਿਆਂ ਨੂੰ ਖਵਾਇਆ ਕਰਾਂਗੀ, ਯਾਨੀ ਕਿ ਜਹੇਦਾਰੀ ਕਰੂੰਗੀ ਮੈਂ। ਫਿਰ ਹੁਣ ਜੇ ਆਪਾਂ ਵਿਚਾਰ ਲਈਏ, ਨੂੰਹ ਤੇ ਸੱਸ ਦਾ ਝਗੜਾ ਕੀ ਹੈ? ਉਸੇ ਮਾਂ ਦਾ ਪੁੱਤ ਹੈ ਜਿਹਨੇ ਬੜੇ ਚਾਵਾਂ ਲਾਡਾਂ ਨਾਲ ਪਾਲਿਆ ਹੈ, ਵੱਡਾ ਕੀਤਾ ਹੈ, ਫਿਰ ਚਾਵਾਂ ਨਾਲ ਨੂੰਹ ਲੱਭੀ ਹੈ, ਵਿਆਹ ਕੀਤਾ ਹੈ। ਫਿਰ ਗੁਰਮਤ ਵਿੱਚ ਤਾਂ ਨਹੀਂ, ਪਰ ਆਮ ਸੰਸਾਰੀ ਰੀਤੀ ਹੈ, ਕਹਿੰਦੇ ਜਦੋਂ ਬੂਹੇ ਅੱਗੇ ਆਉਂਦੀ ਹੈ ਜੋੜੀ ਤੇ ਮਾਂ ਜਿਹੜੀ ਹੈ, ਫਿਰ ਉਦੋਂ ਦੁੱਧ ਜਿਹੜਾ ਹੈ ਪਾਣੀ ਉੱਤੋਂ ਦੀ ਵਾਰਦੀ ਹੈ, ਜਿਹਨੂੰ ਆਪਾਂ ਲੱਸੀ ਕਹਿ ਦਿੰਦੇ ਹਾਂ। ਸਭ ਕੁਛ ਕਰਦੀ ਹੈ ਨਾ ਚਾਅ ਮਲਾਰ ਨਾਲ, ਪਰ ਕੁਝ ਸਮੇਂ ਬਾਅਦ ਦੋਵੇਂ 'ਚ ਹੌਲੀ ਹੌਲੀ ਖਿੱਚੋਤਾਣ ਸ਼ੁਰੂ ਹੋ ਜਾਂਦੀ ਹੈ। ਜੇ ਤੇ ਘਰ ਵਾਲੀ ਦੇ ਬਹੁਤਾ ਆਖੇ ਲੱਗੇ ਤੇ ਮਾਂ ਨਾਰਾਜ਼, ਜੇ ਮਾਂ ਦੇ ਬਹੁਤਾ ਆਖੇ ਲੱਗਦਾ ਹੈ, ਉਹਨੂੰ ਹੀ ਲਿਆ ਕੇ ਜੋ ਚੀਜ਼ ਦਿੰਦਾ ਹੈ, ਤੇ ਘਰ ਵਾਲੀ ਨਾਰਾਜ਼। ਸਿਆਣੀਆਂ ਨਹੀਂ ਹੁੰਦੀਆਂ, ਸਿਆਣੀਆਂ ਧੀਆਂ ਨਹੀਂ ਇਸ ਗੱਲ ਦਾ ਗੁੱਸਾ ਕਰਦੀਆਂ, ਕਿਉਂਕਿ ਮਾਂ ਨੇ ਜਨਮ ਦਿੱਤਾ, ਪਾਲਿਆ ਪੋਸਿਆ ਹੈ, ਤਾਂ ਕੀ ਹੈ ਸੱਸ ਕੋਲੋਂ ਲੈ ਕੇ ਵਰਤ ਲਵਾਂਗੀ। ਜਿੰਨੇ ਚਿਰ ਘਰ ਹੈ ਸਤਿਕਾਰ ਦੇਣਾ ਚਾਹੀਦਾ, ਪਰ ਬਹੁ ਗਿਣਤੀ ਇਸ ਤਰ੍ਹਾਂ ਨਹੀਂ ਕਰਦੇ। ਘਰਾਂ ਦੇ ਵਿੱਚ ਖਿੱਚ ਤੂ ਸ਼ੁਰੂ ਹੋ ਜਾਂਦੀ ਹੈ। ਬੀਬੀ ਜਿਹੜੀ ਹੈ ਉਹ ਵੀ ਨਹੀਂ ਸੋਚਦੀ ਹੈ ਕਿ ਮੇਰਾ ਪਤੀ ਹੈ, ਜੇ ਮੈਂ ਇਹਨੂੰ ਤੰਗ ਪਰੇਸ਼ਾਨ ਕਰਾਂਗੀ ਤੇ ਮੈਨੂੰ ਸੁੱਖ ਮਿਲ ਜੂ। ਮਾਂ ਵੀ ਨਹੀਂ ਇਹ ਸੋਚਦੀ ਕਿ ਮੇਰਾ ਉਹੋ ਹੀ ਪੁੱਤ ਹੈ ਜਿਹਨੂੰ ਮੈਂ ਇੰਨੇ ਲਾਡਾਂ ਪਿਆਰਾਂ ਨਾਲ, ਇੰਨੇ ਮੱਖਣ ਮਲਾਈਆਂ ਖਵਾ ਕੇ ਪਿਆਰ ਦੇ ਨਾਲ ਪਾਲਿਆ ਹੈ, ਜੇ ਮੈਂ ਹੁਣ ਨੂੰਹ ਦੀਆਂ ਚੁਗਲੀਆਂ ਕਰਾਂਗੀ, ਇਹਨੂੰ ਤੰਗ ਪਰੇਸ਼ਾਨ ਕਰਾਂਗੀ, ਮੇਰਾ ਪੁੱਤ ਪਰੇਸ਼ਾਨ ਹੋਏਗਾ। ਜੇ ਹੁਣ ਧੀ ਵਿਆਹ ਕੇ ਲਿਆਂਦੀ ਕਿਸੇ ਦੀ, ਉਹਦੇ ਵਾਸਤੇ ਵੀ ਸਮਾਂ ਦੇਣਾ ਜ਼ਰੂਰੀ ਹੈ, ਉਹਨੂੰ ਸਤਿਕਾਰ ਦੇਣਾ ਵੀ ਜ਼ਰੂਰੀ ਹੈ। ਚੱਲ ਮੈਂ ਸਮਝਾ ਕੇ ਸੁਲ੍ਹਾ ਸਫਾਈ ਨਾਲ ਅਸੀਂ ਦੋਵੇਂ ਜਾਣੀਆਂ ਰਜਾਮੰਦੀ ਦੇ ਨਾਲ ਹੌਲੀ ਹੌਲੀ ਅੰਦਰ ਦਾ ਪਿਆਰ ਬਣਾ ਲਵਾਂਗੀ। ਮਾਂ ਵੀ ਨਹੀਂ ਇਹ ਸੋਚਦੀ। ਬਹੁ ਗਿਣਤੀ ਘਰਾਂ ਦੇ ਵਿੱਚ ਜਿਹੜਾ ਕਲੇਸ਼ ਹੈ ਉਹ ਖੱਟ ਕਮਾਈ ਤੋਂ ਹੀ ਸ਼ੁਰੂ ਹੁੰਦਾ। ਇੱਥੋਂ ਹੀ ਗੱਲ ਮੈਂ ਸ਼ੁਰੂ ਕੀਤੀ ਸੀ। ਸ਼ੁਰੂ ਤੋਂ ਮਾਂ ਨੇ ਸਵਾਰਥ ਵਸ ਆਪਣੀ ਗੱਲ ਚੱਲੀ ਸੀ ਕਿ ਰਿਸ਼ਤੇ ਦੁਨੀਆ ਦੇ ਜਿੰਨੇ ਇਹ ਸਵਾਰਥ ਵਾਸਾ ਹਨ। ਇਹ ਕਿਸੇ ਨਾ ਕਿਸੇ ਆਸ ਦੇ ਉੱਤੇ ਟਿਕੇ ਹੋਏ ਹੈ।
इस वास्ते इहदा अंदर दा सुख जिहड़ा है ना वो बहुता समा नहीं मिलता। पर जिहड़ा वाहिगुरू दे नाम दा सुख है वो सदैवी है, वो इत्थे भी है अगे भी है। दुनियावी रिश्ते जे सुख इत्थे निभ जावे अगे दुखदाई हो जाते हैं। जे धीआं पुत्रां दे विच मरन वेले ख्याल रह जावे, धन गुरु ग्रंथ साहिब जी कहते सूर दी जून बार बार मिलती। अंत काल जो लड़के सिमराए, ऐसी चिंता मह जे मराए, सूकर जौन वल वल अवतर है। इत्थों दा सुख घर है, सोहना सुंदर घर बनिया होवे ते जे उहदे च ही चित रह गया कि मैं तो घर अजे बनाया ही कोठी वधिया ते च रह भी नहीं सकिया 4 दिन, तो उधरों श्वास निकल जाण ते मारे कहते प्रेत दी जून मिलती है। वो रूह नूं फिर घर दे विच ही रहना पैंदा। अंत काल जो मंदिर सिमराए, ऐसी चिंता मह जे मरै, प्रेत जून वल वल अवतर है। बार बार उन्होंने प्रेत जून विच आउणा पवेगा। इत्थों दे सुख सदैवी सुख नहीं हैं। जिन्हां दा साचे साहिब सो मन मानिया, इत्थों अर्थ चुकना इहदा। जिन्हां दा सच्चे साहिब मालिक दे नाल मन मन गया ना, आग्या सुख मेरे मीता, फिर गुरमुखो उस नूं अगे भी सतगुरु जी कहंदे है मेरे मित्रा, उन्होंने अगे भी सुख मिलेगा। पाछै आनंद प्रभ कीता, जिहड़ा चेतन स्वरूप प्रभु परमात्मा है, उन्हें फिर पिछली उम्र जिन्नी तेरी रह गई है ना, उहदे विच भी आनंद ही आनंद, सुख ही सुख। परिवार विच भी सुख होएगा, परिवारां विच भी बख्शिशां मिलणगीਆਂ। तेरी जिहड़ी जिंदगी अगे आउण वाली है, शरीर दे विच अजे तू विचरना, उस च भी सुख है। ते पाछा जदों तू शरीर छड्ड जाएगा, परलोक नूं जावेगा बाद विच, ते उत्थे भी आनंद होवेगा। जमकाल मिलै दे भेट, सेवक नित होई। रे रे दरगाह कहे ना कोऊ, आओ बैठ आदर शुभ देव। सत्कार मिलेगा सोहना। ये किद्दां हुंदा है? मारे कहंदे जिन्हां दा मन मन गया, परमेश्वर बनत बनाई, फिर वाहिगुरू परमात्मा उन्हां वास्ते सारियां बनावटां, सारे तरीके, सारे ढंग, जिवें एक माँ बाप आग्याकारी बच्चे वास्ते सदा सुख दिंदा है, उहदे वास्ते सोचदा है। सोचदा भावें नलायक वास्ते भी है, पर गुस्सा हुंदा उत्ते। कई बार सोचते हैं कि इनू थोड़ी जी सज़ा दईए ताकि इहदा दिमाग टिकाणे आ जाए। इस तरह वाहिगुरू जी साडे नाल करते हैं। जदों असीं दुनिया के सुख ही चाहुंदे हो, कहंदे पुत्त जा जम ला बार बार ते भोग ला, वेख ला किन्ना कुछ सुख है। फिर आपां बार बार गुरमुखो जे इत्थों दे ट्रैक्टर ट्रालियां, वड्डियां वड्डियां कोठियां कारां जां अमेरिका कनेडा इंग्लैंड मंगांगे कि उत्थे जाके रहीए, उत्थे सुख बड़े है, तो फिर मरण तो बाद सचखंड च कोई थोड़ी वासा मिलना है। सचखंड च वासा उन्होंने मिलता है जिहदी वासना कोई नहीं रहिंदी, इच्छा कोई नहीं रहिंदी। जे अमृतधारी है शहीद सिंह लेके जाणगे, ते साहिब गुरु गोबिंद सिंह जी महाराज दसे पातशाहियां गुरु साहिब जी उहदा हिसाब किताब करनगे। जे ते दुनिया के सुख लैण दी इच्छा है, फिर उन्होंने गुरसिखां दे घर विच किते ना किते जन्म दे देणगे। जे कनेडा अमेरिका इंग्लैंड उधर रह के सुख मानण दी इच्छा है, तो उधर गुरसिखां दे घर जन्म दे देणगे। जां ये कहणगे कि जे साडे मन कि दूजिਆਂ ਨੂੰ बड़ियां मौजां है, तो दूजिਆਂ ਦੇ घर ਵਿੱਚ जन्म दे के कुछ साल ਤੇ बाद ਵਿੱਚ फिर ਉਹਨੂੰ फिर सिक्खी च लै आउणगे। जिवें बहुते गोरे ਜਿਹੜੇ सिख बने, क्यों बने? गुरु साहिब जी दे सिख रहे है तां ही बने है ना। अपने नूं छड्डी दा कोई थोड़ी हुंदा। गुरु साहिब जी अपने सिखां नूं छड्डदे नहीं है। वासना सी, इच्छा सी कि गोरे बड़े सुखी हुंदे, ते जदों उन्हां दे धर्म विच उत्थे उन्हां दे घरां विच जन्म लै के वेख लिया, उन्हां दे धर्म नूं पढ़िया, जो सुख मानने सी, जिस तरह उन्हां दे रीति रिवाज आ, जदों करके वेख लिया, मन फिर भी रुकिया ना। हौली हौली किसी आने बहाने दे नाल गुरसिੱਖੀ दे पढ़ाई पढ़नी शुरू कर दी, इतिहास पढ़ना शुरू कर दिता। वो पूर्वली खिच होण करके ते मन खिंचिया गया। श्री हरमंदर साहिब आए, देखिया ये तो है ही बड़ा चंगा, इत्थे ते बख्शिशां ही बड़ियां। तो फिर वो मन, क्योंकि पहला भी गुरसिੱਖੀ वाल सी,
गुरु दे सिख सन ते मन खिंचिया गया, सिੱਖੀ ਵਿੱਚ आ गए। गुरु साहब जी जान नहीं देंदे। जिवें कोयल दे बच्चे, कोयल दे आंडे भावें ਕਾਂ ਦੇ ਘੋਰਨੇ ਵਿੱਚ ਆ, ਉਹਦੇ घर ਵਿੱਚ ने, ਉਹਨਾਂ ही उत्ते बह बह के आंडिਆਂ ਦੇ ਵਿੱਚੋਂ ਬੱਚੇ ਕੱਢੇ ਆ, पर ਜਦੋਂ कोयल ਦੀ ਬੋਲੀ सुनते ਆ ਉੱਡ के ਉਹਦੇ ਵੱਲ चले जाते। इसे तरह ਜਦੋਂ गुरबाणी सुनते आ, भावें किसी भी धर्म में जाके जन्म लिया, वो फिर गुरु नानक देव जी की सिੱਖੀ वाल आ जाते हैं। पर जिन्हां दे पदार्थां की इच्छा है, मन दे विच भोगण की इच्छा है, किसी बहुते पुन्ना करके जे सिखां दे घर वो जन्म भी लै लैण तां भी दूजे पासे तुर जाते, क्योंकि वो गुरु दे सिख नहीं सी पिछले जन्मां दे भी। इस वास्ते सतगुरु साहिब गुरु ग्रंथ साहिब सच्चे पातशाह कहंदे वाहिगुरू ही बनत बनाउंदा है। ते जिन्हां दी बनावट बना दिती, जिन्हां दी बनत बन गई, जिन्हां ते कृपा हो गई ना, जिन्हां दा मन सच्चे वाहिगुरू ते मन गया है, फिर डोलत कतहू नाही, फिर प्यारिओ डोलदे नहीं हन जो मर्जी भाणे वापर जाण, फिर उन्हां दा मन नहीं डोलदा कदी, सदा मन चढ़ती कला दे विच रहिंदा। बीबी धर्म कौर गोरियां दे घर दे विच इहने जन्म लिया सी। हौली हौली मन सतगुरां दी बख्शिश रहमत होण करके प्रेरिया गया, सिੱਖੀ नूं धारण कर लिया, नाम सिमरन भजन बंदगी इन्नी करन लग पई। पर गुरमुखों किसी ढंग का गुस्सा नहीं किया, नहीं तो वेख लो ये किन्नी गुस्से वाली ते किन्नी गलत समाज में गल लगती है कि घर वाली भावें बंदगी में बैठी होवे, वो अपने फर्जां नूं सारिआं नूं ना निभाउंदी होवे, प्रेम बैराग विच भगती बंदगी करती रहे। जे बंदा दूजा विआह करा ले तो अपना समाज कहता कि यार घर वाली तो हुंदिआं ही इन्नी भगत नहीं, वो बाणी पढ़न वाली है, तो दूजा विआह करा लिया इन्हें बंदे का। बीबी भी जिहड़ी है वो ज़्यादातर गुस्सा करती है गल का, पर इस बीबी ने कोई गुस्सा नहीं किया। उन्हें अपने घर वाले नूं पुछया, उन्हें कहा कि मेरा अजे दुनियावी सुख मानण का मन करता रहन का। उन्हें कहा कि नहीं, मेरे मन ते हुण पूर्ण बैराग है, मेरा तो इहो ही चित्त करता है कि मैं सिमरन करा, बाणी कर पढ़ा। फिर उस बीबी ने अपने घर वाले का दूजा विआह करा दिता, उन्हें कोई गुस्सा नहीं किया। धर्म कौर ने सदा सिमरन में लीन रहना, बाणी पढ़नी, ये हुंदा बैराग प्यारिओ, ये हुंदा धर्म के प्रति सच्ची खिच, यह है एक दूजे नूं भी समर्पण। ते बाणी पढ़द्या पढ़द्या फिर पिता सतगुरु गुरु गोबिंद सिंह जी दे भी दर्शन होए इस भैन नूं, ते इन्हें बड़े बैराग प्रेम अखां विच अथरू आने। ते पिता सतगुरु गुरु गोबिंद सिंह जी कहंदे तू इस तरह क्यों करदी, बैराग क्यों इन्ना आउंदा? कहंदे महाराज तुहाडी बाणी नहीं पढ़ी जाती मेरे कोलों, मैनूं गुरमुखी अखरे बहुते नहीं पढ़ने आउंदे। महाराज कहंदे असीं तेरे ते प्रसन्न आ, तू मूल मंत्र दा गुरमंत्र दा इन्ना अभ्यास करदी है, नाम जपदी है, असीं इतना ही खुश हैं। नहीं महाराज कृपा करो। महाराज कहंदे कोई नहीं, वाहिगुरू कृपा करेगा। गुरमुखो हौली हौली गुरबाणी की सारी उन्हें संथ्या कर ली। फिर उन्हें प्रचार भी गुरमत का बहुत किया। हुण ये पूर्वले कर्म तो बगैर कोई थोड़ी हो सकता इन्ना। साडे ते सिखां दे घर च जन्म लैके बाणी नहीं पढ़ते, मूल मंत्र का गुरमंत्र का अभ्यास नहीं करते। चलो जे मान लिया जाए कि माँ बाप ने इन्ना ध्यान नहीं दिता जां साडे कर्म नहीं सी, पर वाहिगुरू अखर ते कहना आउंदा है ना सानू। पर इन्हें पूर्वले चंगे कर्म नहीं हैं, हौली हौली बन जाणगे, घबराउण दी लोड़ भी नहीं। कि जाप जपी जाइए, जिन्ने जोगे है संगत चाहिए, संगत दे जोड़े झाड़िए, सेवा करिए, लंगर की सेवा करिए प्यार नाल। पर प्यारिओ एक बेनती है, भावें केस कट्टे है भावें रखे है, तंबाकू तो बहुत बच के रहना, हथ तक नहीं लाउणे उन्होंने। तंबाकू जिहड़ा सारे धर्मां विच नाश करता है पुन्नां नूं, सारे धर्मां च मनाही है इहदी। हिंदू मत के प्रचारक जिहड़े आ तंबाकू बारे प्रचार नहीं करते कि नहीं खाना पीना चाहिए है, दीवानां दे विच बहुता नहीं बोलते, जद कि उन्हां वेद शास्त्रां दे विच उन्हां दे ग्रंथां विच लिखिआ है। स्कंद पुराण दे विच तुमर पानंग रतंग विप्रंग दानंग दे दंती जे नरा दाता रौर जात्यंग
ब्राह्मण ग्राम चे शूकरा। जे कोई ब्राह्मण हो करके धुआं पींदा है, तंबाकू पींदा है, तंबाकू खाता है, तो उन्होंने जे कोई दान देंदा है, दान देण वाला कुंभी नरक च जावेगा, तो जिहड़ा ब्राह्मण हो के तंबाकू खाता है वह सूर बन के पिंड दीआं गलियां साफ करता फिरेगा। ये स्कंद पुराण का है बचन। ये महाराज जी ते इहो कहंदे आ, विख्या लै डूबी संसार गुरु ग्रंथ साहिब च, कि विख्या जिहड़ी है जहर है ना, ये तंबाकू जिहड़ा सारे संसार नूं डुबी जा रहा। धन गुरु गोबिंद सिंह जी महाराज जी का पावन बचन है, तनक तंबाकू सेविया देव पितर तज जाए। जिहड़ा थोड़ा जिहा भी किते तंबाकू खा लैंदा ना, ਉਹਨੂੰ देवी देवते शहीद सिंह वड्डे वडेरे भी ਉਹਦਾ साथ छड़ जाते, भावें किड्डे ਉਹ धर्मी होए होण ਉਹਨਾਂ ਦੇ ਵੱਡੇ ਵਡੇਰੇ। देव पितर तज जाए। ते अगे की बचन कहते, पानी ताकै हाथ को मदरा सामो जाए। ਉਹਦੇ हथ का जिहड़ा पानी है वह भी शराब बन जाता, शराब के बराबर है। तो इस वास्ते हथ जोड़ के बेनती मेरी सारे नौजवानों ने, जितों तक पिंड च आवाज़ जाती, जिहड़ा तंबाकू वरतदा वो लंगर में सेवा ना कदी करे, तो उन्होंने करन जिहड़े सियाणे आ वो हथ जोड़ के बेनती कर, तू जोड़े झाड़ ला, तू संगत दे झूठे भांडे धो लै पर मांज ना उन्होंने। जिहड़ी संगत जो छकदी है ना लंगर, वो झूठे भांडे चुक, ताकि तेनू गुरु साहब कृपा करन, बल बख्शण, ये बला तो ये तंबाकू तो तू बच सके। जिदन तंबाकू छड़ देगा उदन फिर तू मांज भी सकता है, लंगर वरता भी सकता। तंबाकू इत्यादि के नशे जे नहीं छुट रहे तो उन्होंने सेवा नहीं करनी चाहिए। जोड़े नहीं, जोड़े झाड़ सकता, झाड़ू दे सकता। तंबाकू गुरुद्वारे लेके नहीं आना चाहिए, कई जेबां च पई फिरदे है। शराब नहीं पीनी चाहिए, ये भी नुकसान करती धर्म का। इस वास्ते साध संगत जी, वो बीबी धर्म कौर वेख लो, ईसाइयां विचों हो के इन्नियां वड्डियां उन्हें बख्शां लै लईआं, क्योंकि वो पूर्वले जन्म का उहदा संबंध सी। मारे कहंदे बख्शिश होई फिर डोलत कतहूं नाही। भावें घर वाले ने दूजा विआह करा लिया, उन्हें कहा कि ठीक है तू करा ला, मेरा मन खुश है, मैनू कोई ईर्खा द्वैख नहीं तेरे नाल, क्योंकि तेरा अजे संसारी सुखां दे वल मन है, मेरा नहीं हैगा हुण। पर किन्नी सोची है, किन्नी डूंगी, किन्नी बख्शिश होएगी वो, फिर मन नहीं डोलता किते। माया धन दौलत ते मन नहीं डोलता। संत बाबा जरनैल सिंह खालसा जी नूं किन्नी अरबां दी जायदाद सरकार कहंदी सी लै लवो, पर एक अखर ना बोलो। 2000 किला किसी भी शहर दे कोल, जलंधर लै लो, अमृतसर लै लो, ये पहलां दीयां गल्लां। 2000 किला जदों दिल्ली गए सन गुरमत प्रचार करन वास्ते, लै लवो, जिन्ना मर्जी गुरमत प्रचार करो, पर सिखां च ये ना क्या करो कि असीं गुलाम हाँ। हुण गुरु ग्रंथ साहिब जी दीयां इन्नियां बेदबियां होईयां, किसी नूं सज़ा नहीं दित्ती, ये गुलामी नहीं तो होर की है। होर गुलामी दे सिंह होने, जिहड़े गुलाम है उन्हां दे सिर ते सिंह उगणे। होर असीं छोटी किरपान भी नहीं जहाज च पा के जा सकते, गुलामी नहीं तो होर की है। कोई गल हो जाए सिख अतवादी है, ये खालिस्तानी है माड़े। अर्शदीप कोलों हुण कैच छुट गया खेडदे कि उसको भी हो सकता है। वो सारे ने ट्रेड चला दिता, सारे थावां दे उत्ते हिंदू जिहड़े दूजे तीजे सारे जिहड़े जिन्हां दी मत मारी है, बहुत सियाणे हिंदू भी हैगे जिन्हां दी बुद्धि भ्रष्ट है। उन्होंने कहा जी ये तो खालिस्तानियां है, तो पाकिस्तान वालियां ने मिलिया तां कैच छड्ड के ते मैच हराता ने। दसो ये करन वालियां गल्लां। सिख कोलों सुभाविक ही गलती हो जाए तो अदवादी ते खालिस्तानी ते होर मोहरां ला दिंदे है। ये आम संसारियां दी गुरसिखां दी होरनां दी की सोच होएगी मैं कह नहीं सकता, पर मेरी सोच ये है कि इहो जे बंदियां दा धन्नवाद करना चाहिए। शिव सेना वालियां दा, दूजियां तीजियां दा सानू धन्नवाद करना चाहिए। सानू अपनी जुबानों बच्चों नूं दूजियां नूं ये प्रचार करन दी लोड़ नहीं पैंदी कि असीं गुलाम आ, सानू अपना देश चाहिए। मैं तो बहुत धन्नवाद करदा इन्हां दा, होर गालां कड्ढण, होर वड्डा प्रचार करिया करन, ताकि साडे नौजवान ते जिन्हां नूं अजे भी अकल नहीं ना आ रही उन्हां नूं अकल आ जावे कि सानू आज़ादी चाहिए, सानू बोलण दी लोड़ ही नहीं हैगी। जदों शरीक तुहाडे बूहे दे अगों दी लंघदे तुहानूं गालां कड्ढणगे ना, तुसीं साडे थल्ले जे तुहाडे इन्ने किले नप्पे आ,
ਤੁਹਾਨੂੰ ਆਪਣੇ ਬੱਚਿਆਂ ਨੂੰ ਇਹ ਕਹਿਣ ਦੀ ਲੋੜ ਨਹੀਂ ਪਏਗੀ ਪੁੱਤ ਇਹਨਾਂ ਨੇ ਸਾਡੀ ਪੈਲੀ ਤੇ ਕਬਜ਼ਾ ਕੀਤਾ। ਇਹੋ ਜਿਹੇ ਸ਼ਰੀਕ ਚੰਗੇ ਹੁੰਦੇ ਆ ਪਿੰਡ ਦੇ ਵਿੱਚ ਜਿਹੜੇ ਬੱਚਿਆਂ ਨੂੰ ਕਹਿੰਦੇ ਰਹਿਣਗੇ, ਕਿਉਂਕਿ ਕਦੀ ਤਾਂ ਕਦੀ ਬੱਚਿਆਂ ਦੇ ਮਨ 'ਚ ਆਵੇਗਾ ਨਾ ਕਿ ਅਸੀਂ ਆਪਣੀ ਜ਼ਮੀਨ ਜਾਇਦਾਦ ਵੱਡਿਆਂ ਕੋਲ ਛਡਾਈਏ। ਪਰ ਇਹਨਾਂ ਵਾਸਤੇ ਚੰਗੀ ਗੱਲ ਕੋਈ ਥੋੜ੍ਹੀ ਹੈ। ਮਹਾਂਪੁਰਖਾਂ ਨੂੰ ਜਿੱਥੋਂ ਆਪਣਾ ਬਚਨ ਚੱਲਿਆ ਸੀ, ਮਹਾਂਪੁਰਖਾਂ ਨੂੰ ਕਿਹਾ ਕਿ ਤੁਹਾਨੂੰ 2000 ਏਕੜ ਜ਼ਮੀਨ ਦੇ ਦਿੰਦੇ ਜਿਹੜੇ ਸ਼ਹਿਰ ਕੋਲ ਕਹੋ, ਪਰ ਅੱਖਰ ਇਹ ਵਰਤ ਕੇ ਪ੍ਰਚਾਰ ਨਾ ਕਰਿਆ ਕਰੋ ਕਿ ਅਸੀਂ ਗੁਲਾਮ ਆ, ਅਸੀਂ ਆਜ਼ਾਦ ਹੋਣਾ। ਇੱਕ ਸਿਰਫ ਇਸ ਅੱਖਰ ਦੇ ਕਰਕੇ ਇੰਨੀ ਜ਼ਮੀਨ ਦਿੰਦੇ 2000 ਕਿੱਲਾ। ਪਰ ਮਹਾਂਪੁਰਖ ਕਹਿੰਦੇ ਨਹੀਂ, ਸਾਨੂੰ ਨਹੀਂ ਲੋੜ ਹੈਗੀ, ਕਿਉਂਕਿ ਬ੍ਰਹਮ ਗਿਆਨੀ ਦੇ ਅਧੀਨ ਤਾਂ ਸਾਰੀ ਸ੍ਰਿਸ਼ਟੀ ਹੁੰਦੀ ਹੈ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਉਹ ਰੱਜਿਆ ਹੋਇਆ, ਤ੍ਰਿਪਤ ਹੈ। ਉਹ ਤੇ ਵਾਹਿਗੁਰੂ ਵੱਲੋਂ ਜਿਹੜੀ ਡਿਊਟੀ ਲੱਗੀ ਉਹਨਾਂ ਉਹੀ ਕਰਨੀ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਜਦੋਂ ਦਰਸ਼ਨ ਦਿੱਤੇ ਸਨ ਬੰਦਗੀ ਕਰਦਿਆਂ ਹੋਇਆਂ, ਜੋ ਬੰਦਗੀ ਕਰਦੇ ਸਨ ਉੱਥੇ, ਤਾਂ ਉਹਨਾਂ ਨੂੰ ਹੁਕਮ ਕੀਤਾ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ। ਪਹਿਲਾਂ ਤਾਂ ਨਿਮਰਤਾ ਸਤਿਗੁਰੂ ਜੀ ਸਿਖਾਉਣ ਵਾਲੇ ਵੇਖੋ, ਉਹ ਕਹਿਣ ਲੱਗੇ ਜਰਨੈਲ ਸਿੰਘ ਸਾਰੇ ਇੱਥੇ ਆ ਕੇ ਮੰਗਦੇ ਆ ਤੇ ਜੋ ਕਹਿੰਦੇ ਆ ਮੈਂ ਉਹ ਦੇਣਾ, ਪਰ ਮੇਰੀ ਇੱਕ ਤੇਰੇ ਕੋਲੋਂ ਮੰਗ ਹੈ ਕਿ ਤੂੰ ਮੈਨੂੰ ਦੇ। ਮਹਾਂਪੁਰਖ ਕਹਿੰਦੇ ਮਹਾਰਾਜ ਸੇਵਾ ਤੇ ਤੁਸੀਂ ਲੈਣ ਵਾਲੇ ਹੋ, ਮੈਂ ਕੀ ਆਪ ਜੀ ਨੂੰ ਦੇ ਸਕਦਾ। ਕਹਿੰਦੇ ਨਹੀਂ, ਮੈਨੂੰ ਬਚਨ ਦੇ। ਫਿਰ ਬੇਨਤੀ ਕੀਤੀ ਮਹਾਰਾਜ ਜੋ ਤੁਸੀਂ ਸੇਵਾ ਲੈਣਾ ਚਾਹੁੰਦੇ ਹੋ ਆਪੇ ਲੈ ਲਓ, ਆਪ ਹੀ ਕਿਰਪਾ ਕਰੋ, ਆਪ ਹੀ ਸਾਰੀ ਸਹਾਇਤਾ ਕਰੋ। ਕਹਿੰਦੇ ਸਿੱਖ ਰੋਲਦੇ ਫਿਰਦੇ, ਇਹਨਾਂ ਨੂੰ ਰਾਜ ਭਾਗ ਲੈ ਕੇ ਦੇ ਦੇ, ਇਹਨਾਂ ਨੂੰ ਰਾਜ ਭਾਗ ਲੈ ਦੇ। ਤੇ ਮਹਾਂਪੁਰਖ ਕਹਿੰਦੇ ਜੀ 7 ਬਚਨ ਤੁਸੀਂ ਕਿਰਪਾ ਕਰਿਓ। ਇਸੇ ਵਾਸਤੇ ਹੀ ਬਾਬਾ ਠਾਕੁਰ ਸਿੰਘ ਜੀ ਕਹਿੰਦੇ ਉਹ ਚੜ੍ਹਦੀ ਕਲਾ 'ਚ ਹੈ, ਪਰ ਜਦੋਂ ਬਹਾਨਾ ਬਣੇਗਾ, ਜਦੋਂ ਮੌਕਾ ਬਣੇਗਾ, ਉਦੋਂ ਸਾਹਮਣੇ ਆ ਕੇ ਸਿੱਖਾਂ ਦਾ ਰਾਜ ਭਾਗ ਉਹਨਾਂ ਨੇ ਕਾਇਮ ਕਰਨਾ, ਉਹਦੀ ਡਿਊਟੀ ਲੱਗੀ ਹੈ। ਇਸੇ ਵਾਸਤੇ ਉਹ ਕਹਿੰਦੇ, ਉਹਨਾਂ ਦਾ ਮਨ ਨਹੀਂ ਡੋਲਦਾ ਹੁੰਦਾ, ਕਿਉਂਕਿ ਉਹਨਾਂ ਆਪਣੇ ਵਾਸਤੇ ਕੁਛ ਕਰਨਾ ਹੀ ਨਹੀਂ ਸਦਾ। ਮਹਾਰਾਜ ਕਹਿੰਦੇ ਸਾਚੇ ਸਾਹਿਬ ਸਿਉ ਮਨ ਮਾਨਿਆ, ਸੱਚੇ ਵਾਹਿਗੁਰੂ ਪਰਮਾਤਮਾ ਤੇ ਜਿਨ੍ਹਾਂ ਦਾ ਮਨ ਮੰਨ ਗਿਆ, ਹਰ ਸਰਬ ਨਿਰੰਤਰ ਜਾਣਿਆ ਰਹਾਉ। ਉਹਨਾਂ ਨੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਾਰਿਆਂ ਵਿੱਚ ਹੀ ਇੱਕ ਰਸ ਕਣ ਕਣ ਵਿੱਚ ਜਾਣ ਲਿਆ। ਸਭ ਜੀ ਤੇਰੇ ਦਇਆਲਾ, ਫਿਰ ਉਹ ਜਾਣਦੇ ਆ ਰਹਾਉ ਵਿਸਰਾਮ ਦੇ ਕੇ ਮਾਰੇ। ਕਹਿੰਦੇ ਸਭ ਜੀ ਤੇਰੇ ਦਇਆਲਾ, ਇਹ ਵਾਹਿਗੁਰੂ ਪਰਮਾਤਮਾ ਸਾਰੇ ਜੀਵ ਹੀ ਤੇਰੇ ਬਣਾਏ ਹੋਏ। ਹੁਣ ਉਹ ਕਿਸੇ ਨਾਲ ਵਿਤਕਰਾ ਕੋਈ ਥੋੜ੍ਹੀ ਕਰਦੇ ਸੰਤ ਬਾਬਾ ਜਰਨੈਲ ਸਿੰਘ। ਜੇ ਹਿੰਦੂ ਵੀਰ ਨੇ ਆ ਕੇ ਬੇਨਤੀ ਕੀਤੀ ਜੀ ਮਹਾਰਾਜ ਮੇਰੀ ਲੜਕੀ ਨੂੰ ਛਡਾ ਦਿਓ, ਜ਼ਬਰਦਸਤੀ ਸ਼ਿਵ ਸੈਨਾ ਵਾਲੇ ਚੁੱਕ ਕੇ ਲੈ ਗਏ ਆ, ਮਹਾਂਪੁਰਖਾਂ ਨੇ ਉਸੇ ਵੇਲੇ ਹੀ ਜਲਾਲਾਬਾਦ ਦੇ ਕੋਲ ਇੱਕ ਸਿੰਘ, ਮੈਨੂੰ ਉਹਦਾ ਨਾਮ ਵਿਸਰਨ ਡਿਆ, ਉਹਨੂੰ ਕਿਹਾ ਕਿ ਭਾਈ ਪਤਾ ਕਰ ਕਿਤੇ ਕੁੜੀ ਰਜਾਮੰਦੀ ਨਾਲ ਤਾਂ ਨਹੀਂ ਗਈ। ਉਹਨਾਂ ਦੇ ਮਾਂ ਪਿਓ ਨੂੰ ਕਿਹਾ ਕਿ ਭਾਈ ਜੇ ਤੁਹਾਡੀ ਕੁੜੀ 'ਚ ਕੋਈ ਕਸੂਰ ਨਾ ਹੋਇਆ ਤੇ 12 ਘੰਟਿਆਂ ਦੇ ਵਿੱਚ ਉਹ ਤੁਹਾਡੇ ਘਰ ਹੋਏਗੀ। ਉਹ ਸਿੰਘ ਨੂੰ ਕਿਹਾ ਕਿ ਪਤਾ ਕਰੋ ਪਹਿਲਾਂ। ਜਦੋਂ ਉਹਨਾਂ ਪਤਾ ਕੀਤਾ, ਉਹ ਕਹਿੰਦੇ ਜੀ ਐਸੀ ਕੋਈ ਗੱਲ ਨਹੀਂ। ਉਸੇ ਵੇਲੇ ਹੀ ਪਤਾ ਲੱਗ ਗਿਆ ਜਿੱਥੇ ਸੀ, ਉਹ ਬੱਚੀ ਲਿਆ ਕੇ ਸਹੀ ਸਲਾਮਤ ਹਿੰਦੂ ਵੀਰਾਂ ਦੇ ਘਰ ਭੇਜ ਦਿੱਤੀ। ਨਹੀਂ ਤਾਂ ਇਹ ਵੀ ਕਹਿ ਸਕਦੇ ਸੀ ਕਿ ਭਾਈ ਤੁਸੀਂ ਸਾਡੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਰੋਲਦੇ ਹੋ, ਕਿਉਂਕਿ ਮੋਗੇ ਦੇ ਵਿੱਚ ਪਿਓ ਨੂੰ ਹੀ ਨੰਗੇ ਕਰਕੇ ਧੀ ਦੇ ਨਿਰਵਸਤਰ ਕਰਕੇ ਉਹਦੇ ਲੀੜੇ ਲਾ ਕੇ ਉਹਦੇ ਉੱਤੇ ਜ਼ਬਰਦਸਤੀ ਧੱਕੇ ਨਾ ਪਾਇਆ ਉਹਨੂੰ। ਕਹਿ ਸਕਦੇ ਕਿ ਭਾਈ ਜੋ ਸਾਡੇ ਨਾਲ ਵਿਤਕਰੇ ਹੁੰਦੇ ਆ ਤੁਹਾਡੀ ਸਰਕਾਰ ਕਰਦੀ, ਤੁਸੀਂ ਕਿਹੜਾ ਬੋਲਦੇ ਜੇ? ਆਪਣੀ ਸਰਕਾਰ ਨੂੰ ਕਹੋ ਛਡਾ ਦੇਣ। ਪਰ ਉਹਨਾਂ ਐਸਾ ਬਚਨ ਨਹੀਂ ਕਿਹਾ। ਜੇ ਹਿੰਦੂ ਵੀਰ ਨੇ ਆ ਕੇ ਕਿਹਾ ਸੰਤ ਜੀ ਸਾਡੀ ਧੀ ਨੂੰ ਸਹੁਰਾ ਪਰਿਵਾਰ ਤੰਗ ਬੜਾ ਕਰਦਾ ਹੈ ਤੇ ਇਹਨਾਂ ਨੂੰ ਤੁਸੀਂ ਕਹਿ ਦਿਓ ਕਿ ਪਰੇਸ਼ਾਨ ਨਾ ਕਰਨ। ਉਹਨਾਂ ਨੂੰ ਬੁਲਾਇਆ, ਬਿਠਾਇਆ, ਭਾਈ ਕੀ ਗੱਲ? ਉਹ ਕਹਿੰਦੇ ਜੀ ਕੋਈ ਗੱਲ ਨਹੀਂ। ਕਹਿੰਦੇ ਨਹੀਂ ਕੋਈ ਗੱਲ ਹੈਗੀ ਹੈ, ਜੇ ਇਹਨਾਂ ਕੋਲ ਦਾਜ ਨਹੀਂ ਦਿੱਤਾ ਗਿਆ ਮੈਂ ਦੇ ਦਿੰਦਾ। ਜੇਬ ਵਿੱਚੋਂ ਕੱਢ ਕੇ ਤੇ 10,000 ਰੁਪਈਆ ਮਹਾਂਪੁਰਖਾਂ ਨੇ ਅੱਗੇ ਰੱਖ ਦਿੱਤਾ। ਉਹ ਹੱਥ ਜੋੜ ਕੇ ਕਹਿੰਦੇ ਜੀ ਨਹੀਂ ਨਹੀਂ। ਉਹ ਸਹੁਰਾ ਕਹਿਣ ਲੱਗਾ ਜੀ ਮੈਂ ਤੇ ਆਪਣੀ ਧੀ ਵਰਗੀ ਸਮਝਦਾ ਇਹਨੂੰ, ਇਹ ਮੇਰੀ ਧੀ ਹੈ। ਮਹਾਂਪੁਰਖ ਕਹਿੰਦੇ ਮੇਰੀ ਧੀ ਹੈ, ਅੱਜ ਤੋਂ ਬਾਅਦ ਇਹਨਾਂ ਦੀ ਧੀ ਨਾ ਸਮਝਿਓ। ਜੇ ਤੁਸੀਂ ਪਰੇਸ਼ਾਨ ਜਾਣ ਬੁੱਝ ਕੇ ਕੀਤਾ ਤੇ ਫਿਰ ਤੁਹਾਨੂੰ ਸਜ਼ਾ ਮਿਲੇਗੀ। ਜੇ ਕੋਈ ਚੀਜ਼ ਚਾਹੀਦੀ ਹੈ ਹੁਣੇ ਲਿਖਾ ਦਿਓ, ਅਸੀਂ ਜੋ ਮਾਂ ਪਿਓ ਕੋਲੋਂ ਨਹੀਂ ਦਿੱਤਾ ਗਿਆ ਉਹ ਅਸੀਂ ਦੇ ਦਿੰਦੇ। ਮੁੰਡੇ ਨੂੰ ਪੁੱਛਿਆ ਤੈਨੂੰ? ਉਹ ਹੱਥ ਜੋੜ ਕੇ ਘਬਰਾ ਇੰਨਾ ਗਿਆ, ਕਹਿੰਦਾ ਜੀ ਮੇਰੀ ਭੈਣਾਂ ਵਰਗੀ। ਮਹਾਂਪੁਰਖ ਹੱਸ ਕੇ ਕਹਿੰਦੇ ਨਹੀਂ ਨਹੀਂ ਇਹ ਗਲਤ ਗੱਲ ਹੈ ਤੇਰੀ, ਇਹ ਗੱਲ ਨਾ ਕਹਿ, ਇਹ ਤੇਰੀ ਘਰ ਵਾਲੀ ਹੈ, ਘਰ ਵਾਲੀ ਦਾ ਤੇਰਾ ਰਿਸ਼ਤਾ ਹੈ। ਪਰ ਜੇ ਤੇਰੇ ਮਨ 'ਚ ਕਿਸੇ ਚੀਜ਼ ਦੀ ਲੋੜ
लगदी है कि इहदा माँ बाप नहीं दे सकिया, जां इह तेरे कहने विच नहीं है, कोई गल है तो तू सानू दस। फिर धी नूं भी समझाया, वेख धीए मैं तेनू अपनी धी बनाया, मेरी पग नूं लाज ना लाई, अपने इन्हां माँ बाप सस सहुरे दी पति दी सेवा करी। क्यों? सब जीए तेरे दयाला। हे वाहिगुरू सारे तेरे जीव है, हिंदू भी तेरे है, मुसलमान भी तेरे है, सारे ही तेरे है। ये कौन कर सकता है? जिहड़ा ब्रह्म ज्ञानी है, जिहड़ा सारियां विच ही परमात्मा देखदा है। अपने भगत करा है प्रतिपाला। फिर ऐसे भगतां दी प्रतिपालना भी वाहिगुरू आप ही करता है, परमात्मा ही सहाई हुंदा है, हर एक तरीके नाल मदद करता है। अचरज तेरी वडियाई, हे वाहिगुरू तेरी वडियाई, तेरी महिमा आश्चर्य है। अचरज तेरी वडियाई भी करते है पाठ, अचरज भी करते, दोवां अनुसार ही हैरानी भरिया। तेरी जिहड़ी वडियाई है, कौतक वंडरफुल है, बड़े हैरानी भरे तेरे कौतक ने। नित नानक नाम ध्याई, धन सतगुरु गुरु अर्जन देव जी महाराज कहते ऐसे परमात्मा वाहिगुरू दा नाम नित ध्याओ पाई। ये नहीं कि थोड़ा टाइम सवेरे जाप कर लिया तो बस, नहीं जी नितनेम हो गया, नहीं, उठते बैठते यतन करो, बेनतियां करो कि महाराज बख्शिश करो। जुबान नाल सिमरन बख्शिया है, श्वास श्वास बख्शो, जिन्होंने श्वास श्वास मिल गया बेनती करो महाराज हिरदे का जाप भी बख्शो, जिन्होंने हिरदे का मिल गया उन्हें होर बेनतियां करिए कि महाराज पराबाणी का जाप बख्शो। ਜਿਹੜੇ पराबाणी ना ਧਿਆਉਂਦੇ है होर बेनतियां करिए महाराज इस तो अगे जिहड़ी अवस्था है। महाराज कहते जो बोलत है मृग मीन पंखेरू, सो बिना हर जापत है नहीं होर। जेड़े इत्थे पहुँच गए होर बेनतियां करो, तरत आकाश पाताल है मेरी जिंदड़ीए, सब हर हर नाम ध्यावै राम। जिन्हें तत है वही परमात्मा का नाम जपदे। इस तरह अवस्थावां प्राप्त करिए, वाहिगुरू जी कोलों बख्शिशां लईए। दास पासों कथा करदिआं बेअंत भुल्लां होईआं भुल्लां दी मुआफ़ी बख्शणी, अगे वास्ते सुमत बख्शणी। आचार्य तेरी वडियाई, नित नानक नाम ध्याई। वाहिगुरू जी का खालसा।